ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਟਾਸਕ 2 ਕਰਵਾਉਣ ਜਾ ਰਹੀ ਹਾਂ। ਟਾਸਕ 2 ਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਦੱਸੂਗੀ ਕਿ ਤੁਸੀਂ ਆਪਣੀ ਫਾਰਮੇਸ਼ਨ ਕਿੱਦਾਂ ਕਰ ਸਕਦੇ ਹੋ ਸਹੀ, ਠੀਕ ਹੈ। ਅਗਰ ਕਈ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਜ਼ ਕਿੱਥੇ ਲਗਾਉਣਾ, ਸਿੰਗੂਲਰ ਪਲੂਰਲ ਦੀ ਗਲਤੀ ਕਰਦੇ ਨੇ, ਐਸ ਲਗਾ ਦਿੰਦੇ ਨੇ ਜਾਂ ਨਹੀਂ ਲਗਾਉਂਦੇ। ਸੈਕਿੰਡ, ਤੁਹਾਨੂੰ ਸਟਰਕਚਰਸ ਦੱਸੀਆਂ ਜਾਣਗੀਆਂ ਕਿਉਂਕਿ ਮੋਸਟਲੀ ਜਦੋਂ ਰਾਈਟਿੰਗਸ ਚੈੱਕ ਹੁੰਦੀਆਂ ਤਾਂ ਬੱਚਿਆਂ ਨੂੰ ਇਹੀ ਰਿਵਿਊ ਦਿੱਤਾ ਜਾਂਦਾ ਕਿ ਤੁਸੀਂ ਸਿੰਗੂਲਰ ਪਲੂਰਲ 'ਤੇ ਫੋਕਸ ਕਰੋ, ਸਟਰਕਚਰਸ 'ਤੇ ਫੋਕਸ ਕਰੋ, ਵੇਰੀਏਸ਼ਨਸ ਲਿਆਓ। ਸੋ ਸਾਰੀਆਂ ਵੇਰੀਏਸ਼ਨਸ ਤੁਹਾਨੂੰ ਮੈਂ ਅੱਜ ਦੀ ਕਲਾਸ ਦੇ ਵਿੱਚ ਕਰਵਾਉਂਗੀ। ਤੁਹਾਨੂੰ ਜੈਰੈਂਡ ਕਰਵਾਉਂਗੀ ਕਿ ਜੈਰੈਂਡ ਦੇ ਨਾਲ ਸਟਾਰਟਿੰਗ ਕਿੱਦਾਂ ਕਰ ਸਕਦੇ ਹਾਂ। ਜੈਰੈਂਡ ਦਾ ਮਤਲਬ ਹੁੰਦਾ ING ਤੋਂ ਸਟਾਰਟਿੰਗ ਕਿੱਦਾਂ ਕਰ ਸਕਦੇ ਹੋ। ਕੰਡੀਸ਼ਨਲ ਸੈਂਟੈਂਸ ਦੱਸੂਗੀ ਕਿੱਦਾਂ ਬਣਾ ਸਕਦੇ ਹੋ। ਨਾਟ ਓਨਲੀ ਤੇ ਬਟ ਆਲਸੋ ਦੀ ਸਟਰਕਚਰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ। ਆਲਦੋ ਐਂਡ ਈਵਨ ਦੋ ਦੇ ਨਾਲ ਤੁਸੀਂ ਸੈਂਟੈਂਸ ਕਿੱਦਾਂ ਬਣਾ ਸਕਦੇ ਹੋ। ਵੈਦਰ ਔਰ ਕਿੱਥੇ ਯੂਜ਼ ਕਰ ਸਕਦੇ ਹੋ। ਐਂਡ ਹੈਡ ਬੈਟਰ ਦੇ ਨਾਲ ਤੁਹਾਨੂੰ ਸੈਂਟੈਂਸਿਸ ਬਣਾਉਣੇ ਸਿਖਾਏ ਜਾਣਗੇ ਅੱਜ ਦੀ ਕਲਾਸ ਦੇ ਵਿੱਚ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ। ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸਾਰੇ ਸਟੂਡੈਂਟਸ ਨੂੰ ਪਤਾ ਕਿ ਜਿਹੜਾ ਆਪਣਾ ਟਾਸਕ 2 ਹੈ ਉਹ 6 ਬੈਂਡ ਸਕੋਰ ਦਾ ਹੈ ਅਤੇ ਇਹਦੇ ਲਈ ਆਪਾਂ 40 ਮਿੰਟਸ ਅਲਾਟ ਕੀਤੇ ਹੋਏ ਆ ਕਿ 40 ਮਿੰਟਸ 'ਚ ਅਸੀਂ ਇਹ ਟਾਸਕ ਕੰਪਲੀਟ ਕਰ ਦੇਣਾ। ਸੋ ਇਹਦੇ ਲਈ ਹੁਣ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿ ਇਹ ਨਹੀਂ ਕਿ ਆਪਾਂ ਨੂੰ ਟਾਸਕ 2 ਮਿਲ ਗਿਆ ਤਾਂ ਸਿਰਫ ਆਪਾਂ ਲਿਖ ਕੇ ਵਰਡ ਲਿਮਿਟ ਪੂਰੀ ਕਰ ਦੇਣੀ ਆ। ਵਰਡ ਲਿਮਿਟ ਤਾਂ ਨਹੀਂ ਹੈਗਾ, ਸਿਰਫ ਆਪਾਂ ਨੂੰ ਵਰਡ ਲਿਮਿਟ ਦੇ ਨਾਲ ਨਾਲ ਆਪਾਂ ਨੇ ਟੂ ਦਾ ਪੁਆਇੰਟ ਸਟਰਕਚਰਸ ਦੇ ਨਾਲ ਪੁਆਇੰਟ ਟੂ ਦਾ ਪੁਆਇੰਟ ਗੱਲ ਕਰਕੇ ਆਉਣੀ ਹੈ ਜਦੋਂ ਵੀ ਐਗਜ਼ਾਮ ਦੇ ਵਿੱਚ ਟੌਪਿਕ ਆਉਂਦਾ। ਸੋ ਇਹਦੇ ਵਿੱਚ ਕਿੱਦਾਂ ਦਾ ਕੀ ਕਿਹੜਾ ਟੈਂਸ ਜ਼ਿਆਦਾ ਯੂਜ਼ ਹੁੰਦਾ। ਪ੍ਰੈਜ਼ੈਂਟ ਟੈਂਸ ਜ਼ਿਆਦਾ ਯੂਜ਼ ਹੁੰਦਾ ਜੀ ਟਾਸਕ 2 ਦੇ ਵਿੱਚ। ਐਂਡ ਜਿਹੜਾ ਪਾਸਟ ਟੈਂਸ ਆ ਕਦੋਂ ਯੂਜ਼ ਕਰਨਾ, ਜਦੋਂ ਆਪਾਂ ਨੇ ਕੋਈ ਐਗਜ਼ਾਮਪਲ ਦੇਣੀ ਆ। ਸਿਰਫ ਐਗਜ਼ਾਮਪਲ ਦੇਣ ਦੇ ਲਈ ਆਪਾਂ ਕੀ ਕਰਨਾ ਜੀ, ਯੂਜ਼ ਕਰਨਾ ਪਾਸਟ ਟੈਂਸ ਦਾ। ਯੂਜ਼ਫੁਲ ਸੈਂਟੈਂਸਿਸ ਕਿਹੜੇ ਕਿਹੜੇ ਹੁੰਦੇ ਆ ਜਿਹਦੇ ਨਾਲ ਤੁਸੀਂ ਆਪਣਾ ਬੈਂਡ ਸਕੋਰ ਇੰਪਰੂਵ ਕਰ ਸਕਦੇ ਹੋ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੋ ਗਿਆ ਜਿਵੇਂ ਕਿ, ਠੀਕ ਹੈ। ਜੈਰੈਂਡ ਦੇ ਨਾਲ ਸਟਾਰਟਿੰਗ ਹੋ ਗਈ। ਸੋ ਪ੍ਰੈਜ਼ੈਂਟ ਕੰਟੀਨਿਊਸ ਦਾ ਟੈਂਸ ਹੁਣ ਬੱਚੇ ਕਹਿਣਗੇ ਇਹ ਤਾਂ ਸਾਨੂੰ ਪਤਾ ਹੈ, ਬਟ ਜਦੋਂ ਤੁਸੀਂ ਰਾਈਟਿੰਗ ਕਰਦੇ ਹੋ ਤਾਂ ਤੁਹਾਡੀਆਂ ਬਿਗ ਮਿਸਟੇਕਸ ਇਹੀ ਹੁੰਦੀਆਂ। ਜਿਵੇਂ ਹੁਣ ਰੂਲ ਕੀ ਆ, ਸਬਜੈਕਟ ਪਲੱਸ ਵਰਬ ਪਲੱਸ ਇਜ਼ MR ਪਲੱਸ ਹੈ ਨਾ ING ਆਪਾਂ ਯੂਜ਼ ਕਰਦੇ ਹਾਂ ਇਹਦੇ ਵਿੱਚ, ਠੀਕ ਹੈ। ਵਰਬ ਦੇ ਨਾਲ ING ਲੱਗੇਗਾ, ਠੀਕ ਹੈ। ਸੋ ਤੁਸੀਂ ਹੁਣ ਕੀ ਕਰਨਾ ਹੈ ਜੀ, ਇਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਕਿ ਜਿੱਥੇ ਸਿੰਗੂਲਰ ਆ, ਠੀਕ ਆ, ਸਬਜੈਕਟ ਦੇ ਨਾਲ ਤੁਸੀਂ ਵਰਬ ਦੇ ਨਾਲ ING ਲਗਾਉਂਦੇ ਹੋ, ਇਜ਼ MR ਲੱਗਦਾ ਹੈ ਕੰਟੀਨਿਊਸ ਦੇ ਵਿੱਚ। ਹੁਣ ਤੁਸੀਂ ਧਿਆਨ ਕੀ ਰੱਖਣਾ ਹੈ, ਜਿੱਥੇ ਤਾਂ ਗੱਲ ਸਿੰਗੂਲਰ ਦੀ ਹੋ ਰਹੀ ਹੈ ਉੱਥੇ ਹੀ ਤੁਸੀਂ ਇਜ਼ ਲਗਾਉਣਾ, ਜਿੱਥੇ ਪਲੂਰਲ ਹੈ ਉੱਥੇ ਆਰ। ਹੁਣ ਕਈ ਬੱਚਿਆਂ ਨੂੰ ਇਹ ਵੀ ਲੱਗਦਾ ਕਿ ਜੇ ਪੀਪਲ ਆ ਗਿਆ ਤਾਂ ਆਰ ਹੀ ਆਉਣਾ, ਤੁਸੀਂ ਉੱਥੇ ਰੋਂਗ ਹੋ। ਜਿੱਥੇ ਸਬਜੈਕਟ ਸਿੰਗੂਲਰ ਹੋਵੇ ਉੱਥੇ ਹੀ ਤੁਸੀਂ ਆਰ ਲਗਾਉਂਦੇ ਹੋ। ਜਾਂ ਜੇ ਆਪਾਂ ਟਾਸਕ 1 ਦੀ ਗੱਲ ਕਰੀਏ, ਜਿੱਥੇ ਸਬਜੈਕਟ ਮੇਰਾ ਸਿੰਗੂਲਰ ਹੈ ਉੱਥੇ ਵਾਜ਼ ਆਊਗਾ। ਸੋ ਇਹੀ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਨਾਲ ਸਮਝਾਉਣ ਲੱਗੀ ਹਾਂ ਅੱਜ ਦੀ ਵੀਡੀਓ ਦੇ ਵਿੱਚ। ਜਿਵੇਂ ਹੁਣ ਤੁਹਾਨੂੰ ਪਤਾ ਹੀ ਸ਼ੀ ਇਟ ਦੇ ਨਾਲ ਇਜ਼, ਇਹ ਤਾਂ ਸਿਰਫ ਇੱਕ ਰੂਲ ਹੈ। ਆਈ ਦੇ ਨਾਲ ਐਮ, ਇਸ ਦੇ ਨਾਲ, ਠੀਕ ਹੈ ਵੀ ਇਹ ਤਾਂ ਸਿਰਫ ਆਪਾਂ ਕਹਦੇ ਵੀ ਰੂਲ ਲੱਗੇ ਹੋਏ ਆ। ਆਰ ਕਿਹਦੇ ਨਾਲ ਲੱਗਦਾ ਹੈ, ਦੇ ਵੂਈ ਦੇ ਨਾਲ। ਬਟ ਜੋ ਤੁਹਾਡਾ ਟਾਸਕ 2 ਦੇ ਵਿੱਚ ਯੂਜ਼ ਹੁੰਦਾ ਉਹ ਕੀ ਹੈ, ਜਿਵੇਂ ਕਿ ਯੂਜ਼ ਆਫ ਇਜ਼ ਵੇਅਰ ਸਬਜੈਕਟ ਇਜ਼ ਸਿੰਗੂਲਰ, ਨੰਬਰ ਕੀ ਆ ਸਿੰਗੂਲਰ ਆ, ਨੰਬਰਸ ਕੀ ਆ ਪਲੂਰਲ ਆ, ਠੀਕ ਹੈ। ਸੋ ਫॉर एग्जांपल ਨੰਬਰ ਆਫ ਪੂਅਰ ਪੀਪਲ ਇਜ਼ ਇਨਕਰੀਜ਼ਿੰਗ ਇਨ ਮੈਨੀ ਕੰਟਰੀਜ਼। ਹੁਣ ਤੁਸੀਂ ਗਲਤੀ ਕਿੱਥੇ ਕਰਦੇ ਹੋ, ਕਿਉਂਕਿ ਤੁਹਾਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ। ਤੁਸੀਂ ਸਿਰਫ ਪੀਪਲ ਦੇਖਿਆ, ਤੁਸੀਂ ਆਰ ਲਗਾਤਾ, ਤੁਹਾਡਾ ਫਾਰਮੇਸ਼ਨ ਕੀ ਹੋ ਗਈ, ਰੋਂਗ। ਹੁਣ ਇੱਥੇ ਇਜ਼ ਕਿਉਂ ਲੱਗਿਆ, ਕਿਉਂਕਿ ਮੇਰਾ ਸਬਜੈਕਟ ਜਿਹੜਾ ਨੰਬਰ ਹੈ ਉਹ ਕੀ ਆ, ਸਿੰਗੂਲਰ ਹੈ, ਇੱਕ ਵਚਨ ਹੈ। ਸੋ ਇਸ ਕਰਕੇ ਜਦੋਂ ਮੇਰਾ ਸਬਜੈਕਟ ਸਿੰਗੂਲਰ ਹੋਊਗਾ ਤਾਂ ਮੈਂ ਇਜ਼। ਜੇ ਮੈਂ ਹੁਣ ਇਹ ਸੈਂਟੈਂਸ ਪੀਪਲ ਤੋਂ ਸਟਾਰਟ ਕਰਦੀ ਦੈਨ ਮੈਂ ਕੀ ਲਗਾਉਂਦੀ, ਆਰ, ਕਿਉਂਕਿ ਉਦੋਂ ਮੇਰਾ ਜਿਹੜਾ ਸਬਜੈਕਟ ਸੀ ਉਹ ਕੀ ਬਣ ਜਾਣਾ ਸੀ, ਪੀਪਲ। ਸੋ ਪੀਪਲ ਆਰ ਇਨਕਰੀਜ਼ਿੰਗ, ਜੇ ਮੈਂ ਪੀਪਲ ਨੂੰ ਸਬਜੈਕਟ ਰੱਖਦੀ ਫਿਰ ਪਲੂਰਲ ਸੀਗਾ, ਫਿਰ ਆਰ ਆਉਣਾ। ਸੋ ਇਸੇ ਤਰ੍ਹਾਂ ਇੱਕ ਐਗਜ਼ਾਮਪਲ ਹੋਰ ਹੈ, ਹੁਣ ਹੋਰ ਕਲੀਅਰ ਕਰਦੇ ਹਾਂ। ਕਹਿੰਦੇ ਇੱਥੇ ਕਿਉਂ ਲਗਾਇਆ ਇਜ਼, ਹੇਅਰ ਪੀਪਲ ਇਜ਼ ਪਲੂਰਲ ਵਰਡ, ਵੀ ਯੂਜ਼ ਇਜ਼ ਬਿਕੋਜ਼ ਇਨ ਦਿਸ ਲਾਈਨ ਸਬਜੈਕਟ ਇਜ਼ ਨੰਬਰ, ਠੀਕ ਹੈ ਜੀ। ਹੁਣ ਸੈਕਿੰਡ ਐਗਜ਼ਾਮਪਲ, ਇਨਕਰੀਜ਼ ਸਿੰਗੂਲਰ ਹੈ, ਇਨਕਰੀਜ਼ ਇਜ਼ ਪਲੂਰਲ ਆ। ਐਗਜ਼ਾਮਪਲ ਨੰਬਰ 2, ਹੁਣ ING ਦੇ ਨਾਲ ਸੈਂਟੈਂਸ ਕਿੱਦਾਂ ਤੁਹਾਨੂੰ ਅੱਗੇ ਡਿਟੇਲ 'ਚ ਦੱਸਿਆ ਜਾਊਗਾ। ਸੋ ਇੱਥੇ ਇੱਕ ਜਸਟ ਐਗਜ਼ਾਮਪਲ ਯੂਜ਼ ਕੀਤੀ ਆ, ਇਨਕਰੀਜ਼ਿੰਗ ਕ੍ਰਾਈਮਸ ਇਜ਼ ਮੇਜਰ ਪ੍ਰੋਬਲਮ ਇਨ ਦਿਸ ਮਾਡਰਨ ਵਰਲਡ, ਠੀਕ ਹੈ। ਕ੍ਰਾਈਮ ਜਿੱਥੇ ਵੀ ING ਲੱਗ ਗਿਆ, ਇਹ ਚੀਜ਼ ਧਿਆਨ ਰੱਖਣੀ ਹੈ, ਵਰਬ ਦੇ ਨਾਲ ING ਲੱਗ ਗਿਆ ਉਹ ਜੈਰੈਂਡ ਬਣ ਗਿਆ। ਉੱਥੇ ਆਪਾਂ ਨੇ ਕੀ ਲਗਾਉਣਾ, ਇਜ਼ ਹੀ ਲਗਾਉਣਾ। ਜਦੋਂ ING ਦੇ ਨਾਲ ਬਣਨਾ ਹੈ ਤਾਂ ਉਹ ਸਿੰਗੂਲਰ ਫਾਰਮ ਦੇ ਵਿੱਚ ਹੀ ਬਣਨਾ, ਮਤਲਬ ਕਿ ਇਜ਼, ਹੈਜ਼, ਇਹੀ ਇਹਦੇ ਵਿੱਚ ਆਪਾਂ ਯੂਜ਼ ਕਰਨਾ। ਇਨਕਰੀਜ਼ਿੰਗ ਕ੍ਰਾਈਮਸ ਇਜ਼ ਮੇਜਰ ਪ੍ਰੋਬਲਮ ਇਨ ਦਿਸ ਮਾਡਰਨ ਵਰਲਡ। ਐਗਜ਼ਾਮਪਲ ਆਰ ਦੀ ਤੁਸੀਂ ਕਹਿ ਸਕਦੇ ਹੋ। ਹੁਣ ਇੱਥੇ ਅਗੇਨ ਮੈਂ ING ਤੋਂ ਸਟਾਰਟ ਕੀਤਾ, ਚਾਹੇ ਕ੍ਰਾਈਮਸ ਪਲੂਰਲ ਸੀਗਾ ਬਟ ਮੇਰਾ ਸਬਜੈਕਟ ਕੀ ਸੀਗਾ, ਇਨਕਰੀਜ਼ਿੰਗ। ਸੋ ਮੈਂ ਕੀ ਲਗਾਇਆ, ਇਜ਼।
ਹੁਣ ਜੇ मैं इत्थे क्राइम्स तो सेंटेंस स्टार्ट करूँगी तां की लग जूगा आर। क्राइम्स आर इंक्रीजिंग डे बाय डे एट एन अलार्मिंग रेट, तुसीं कह सकते हो, या क्राइम्स आर इंक्रीजिंग डे बाय डे, ठीक है, एंड इट हैज़ बिकम अ सीवियर इशू, ठीक है। सो ये डिपेंड करता तुहानूं टॉपिक किस तरह का होंदा है, ठीक है। हुण अगेन तुहानूं दस्सिया गया कि क्राइम्स की है प्लूरल आ, सबजैक्ट जदों प्लूरल आ तो मैं आर लगाया। अगेन एक एग्जाम्पल हो रहा है, पीपल आर गिविंग प्रेफरेंस टू ऑनलाइन शॉपिंग बिकॉज इट इज़ मोर कन्वीनियंट वे ऑफ शॉपिंग। ये जस्ट तुहानूं एक एग्जाम्पल दसी भी इत्थे आर क्यों लग्या, इत्थे मेरा सबजैक्ट की आ पीपल है, पीपल की है प्लूरल, दैन मैं की लगा दिता आर, ठीक है। हेयर आपां नूं यही चीज़ दसी गई है, जे क्राइम की हुंदा मेरा सबजैक्ट हुंदा, क्राइम्स हुंदा प्लूरल हुंदा तो मैं आर लगाउंदी, बट जे उन्होंने मैं इंक्रीजिंग तो स्टार्ट किया दैन उत्थे की लग जाएगा इज लग जाएगा। ਹੁਣ स्टार्ट करते हैं जी ਆਪਾਂ स्ट्रक्चर्स की लगा सकते हैं। टास्क 2 ਦੇ ਵਿੱਚ मैं हाई बैंड स्कोर ਲੈਣਾ है किसी भी बच्चे ने तो ਤੁਸੀਂ ਕੀ यूज़ करो। टास्क 2 ਦੇ ਵਿੱਚ अगर ਤੁਸੀਂ ਵਧੀਆ बैंड स्कोर ਚਾਹੁੰਦੇ ਹੋ ਤਾਂ ਤੁਸੀਂ ਕੀ किस तरह ਦੀਆਂ स्ट्रक्चर्स यूज़ करो। सो सब तो पहला जैरन ਦੀ स्टार्टिंग ਤੁਸੀਂ इंट्रो तो ही कर सकते हो। इंट्रो अपनी ING तो स्टार्ट कर दो, ठीक है। रूल की है जी, वर्ब ਦੇ ਨਾਲ ING लगना, ठीक है। जिवें सिंपल एक सेंटेंस बनाया मैं पहला कॉन्टीन्यूस, पॉपूलेशन इज इनक्रीजिंग डे बाय डे एंड इट हैज़ बिकम सीवियर इशू इन सोसाइटी, ठीक है जी। सो कहते जी पॉपूलेशन वधदी जा रही है तो एक गंभीर मुद्दा बन चुकिया, हैज़ बिकम, ठीक है। हुण इसे नूं मैं ING दे नाल बनाउणा है तो मैं की करूँगी, वर्ब मेरी की है इत्थे इंक्रीज दे नाल की आ गया ING, ठीक है। हुण मैं की कहा सी जदों आपां ING वाला लगाउणा या तो इज आऊगा, जे मैं हैज़ दे नाल बनाउणा है तो हैज़, मतलब कि प्लूरल नहीं इत्थे आऊगा, इज आऊगा या हैज़ आऊगा। सो कहते इंक्रीजिंग पॉपूलेशन हैज़ बिकम, जे हुण मैं बन चुकिया है कहना तो हैज़ बिकम ही बनूगा, हैज़ बिकम अ सीवियर इशू, ठीक है जी। इसी तरह होर एग्जाम्पल्स, ड्राइविंग एट अर्ली एज कॉजेज एक्सीडेंट। होर आप एग्जाम्पल कहिए, एजुकेटिंग चिल्ड्रन एट अर्ली, एजुकेटिंग बनाता आपां, एजुकेटिंग चिल्ड्रन एट अर्ली एज विल हैल्पफुल फॉर दैम इन देयर फ्यूचर। एक होर एग्जाम्पल आप कह सकते हैं, कंप्लीटिंग स्कूल स्टडी एट 18 एज विल बी मोर बेनीफिशियल फॉर चिल्ड्रन। सो इस तरह तुसीं अपनी स्टार्टिंग कर सकते हो इंट्रो की, वर्ब दे नाल ING लगा के। सैकेंड हुण जिहड़ी होर स्ट्रक्चर किहड़ी यूज़ कर सकते हो, कंडीशनल स्टेटमेंट्स लगा सकते हो। कंडीशनल स्टेटमेंट्स किहड़ियां हुंदियां, जदों आपां एक्शन भी दसना है तो इफेक्ट भी दसना है, ठीक है। कंडीशन भी आप एक कंडीशन लगाई है भी जे आपां इह काम करांगे तां उहदा रिजल्ट मैनूं इह मिलेगा, ठीक है जी। इहदा रूल की है, इफ प्लस सिंपल प्रेजेंट, विल दे नाल तुसीं रिजल्ट दे सकते हो, कैन दे नाल दे सकते हो, माइट दे नाल दे सकते हो। ਇਹਦੇ ਜਿਹੜੀਆਂ ਕੰਡੀਸ਼ਨਲ ਸੈਂਟੈਂਸ ਹੁੰਦੇ ਆ ਉਹ 4 ਤਰ੍ਹਾਂ ਦੇ ਹੁੰਦੇ ਆ, ਬਟ ਆਪਾਂ ਜਿਹੜਾ ਯੂਜ਼ ਕਰਨਾ ਸਿਰਫ ਇਹੀ ਟਾਈਪ ਯੂਜ਼ ਕਰਨੀ ਆ, ਇਫ ਪਲੱਸ ਸਿੰਪਲ ਪ੍ਰੈਜ਼ੈਂਟ, ਦੈਨ ਜਿਹੜਾ ਉਹਦਾ ਰਿਜ਼ਲਟ ਦੇਣਾ ਉਹ ਫਿਊਚਰ ਦੇ ਵਿੱਚ, ਠੀਕ ਹੈ ਜੀ। ਰੂਲ ਇਹਦਾ ਆਪਾਂ ਕਦੋਂ ਯੂਜ਼ ਕਰਨਾ, ਜਦੋਂ ਵਾਈਲ ਮੈਂਸ਼ਨਿੰਗ ਐਕਸ਼ਨ ਐਂਡ ਇਫੈਕਟ ਆਫ ਐਨੀ ਪੁਆਇੰਟ, ਐਕਸ਼ਨ ਵੀ ਦੱਸਣਾ ਤੇ ਉਹਦਾ ਇਫੈਕਟ ਵੀ ਕੀ ਹੋਊਗਾ ਉਹ ਵੀ ਦੱਸਣਾ। ਗ੍ਰਾਮਰ ਰੂਲ ਆਪਾਂ ਕੀ ਕਰਦੇ ਆ, ਇਫ ਸਿੰਪਲ ਪ੍ਰੈਜ਼ੈਂਟ ਟੈਂਸ दैन या कॉमे दे विचों एक यूज़ करना, या तो कॉमा यूज़ करना या दैन यूज़ करना। अगर दोनों यूज़ करोगे रॉन्ग है, क्योंकि कॉमा भी उत्थे दैन नूं रिप्रजेंट करता, बोलन दे विच आपां दैन बोल दिंदे आ एंड पंक्चुएशन जिहड़ा कॉमा है वो भी रिप्रजेंट दैन नूं करदा है। दैन की रिजल्ट देना है फ्यूचर टेंस दे विच, जिवें अगेन लिखिया तुहानूं यूज़ वन फ्रॉम दैन एंड कॉमा, ये गलती ना करो। एग्जाम्पल दित्ती है, इफ स्टूडेंट्स स्टडी इन देयर अर्ली एज कॉमा दे विल गेन सक्सैस इन देयर अपकमिंग लाइफ। पहला सेंटेंस की बनाया प्रेजेंट दे नाल, जे वो पढ़नगे दैन उन्होंने की मिलूगी, सक्सैस मिलूगी। सेकेंड है, इफ पीपल स्टॉप यूजिंग प्लास्टिक दैन अर्थ विल बिकम मोर ब्यूटीफुल। जे लोग कहते प्लास्टिक का यूज़ करना छड्ड देणगे दैन उहदे नाल की है जिहड़ी अपनी धरती आ होर वधिया हो जाऊगी, ठीक है जी। सो इस तरह तुसीं इफ नाल सेंटेंस बना सकते हो। नॉट ओनली ते बट ऑल्सो, ਹੁਣ ਜਿਹੜੇ ਨੈਕਸਟ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਹਦੇ ਐਸੇ ਵੀ ਕਰਵਾਉਂਗੀ ਪ੍ਰੋਪਰ, ਜਿਹਦੇ ਵਿੱਚ ਇਹ ਸੈਂਟੈਂਸ ਇਹ ਸਟਰਕਚਰਸ ਯੂਜ਼ ਕੀਤੀਆਂ ਹੋਣਗੀਆਂ, ਠੀਕ ਹੈ ਜੀ। ਨॉट ओनली बट ऑल्सो, ठीक है। अगेन जो आप टू इफेक्ट दसने सेम रीजन दे, टू इफेक्ट या तो दोनों पॉजिटिव हो या फिर दोनों नैगेटिव हो, उदों आप नॉट ओनली ते बट ऑल्सो का यूज़ करना। एग्जाम्पल, इन्वायरमेंट पोल्यूशन नॉट ओनली डिस्ट्रॉय द ब्यूटी ऑफ अर्थ बट ऑल्सो लीड्स टू वेरियस हैल्थ प्रॉब्लम्स अमंग पीपल। इन्वायरमेंट पोल्यूशन ना तो सिर्फ कहते
ਜਿਹੜੀ ਧਰਤੀ ਦੀ ਖੂਬਸੂਰਤੀ ਆ ਉਹਨੂੰ ਖਰਾਬ ਕਰੂਗਾ, ਬਟ ਆਲਸੋ ਹੋਰ ਕਹਿੰਦੇ ਹੈਲਥ ਪ੍ਰੋਬਲਮਸ ਵੀ ਕ੍ਰੀਏਟ ਕਰੂਗਾ ਅਮੰਗ ਪੀਪਲ। ਜਦੋਂ ਦੋ ਇਫੈਕਟ ਦੱਸਣੇ ਆ, ਹੁਣ ਦੋਨੇ ਆਪਾਂ ਇੱਥੇ ਨੈਗੇਟਿਵ ਦੱਸੇ ਆ, ਠੀਕ ਹੈ ਜੀ। एनवायरमेंट पोल्यूशन नॉट ओनली डिस्ट्रॉय, ठीक है जी। सो उस तो बाद एक होर एग्जाम्पल दी गई है, डेली एक्सरसाइज इज नॉट ओनली बेनीफिशियल फॉर फिजिकल हैल्थ बट आल्सो फॉर मैंटल हैल्थ। जी डेली एक्सरसाइज आ कहते इस तो बाद आप वर्क तो बाद लगाता ना तो सिर्फ बेनीफिशियल है कहते हैल्थ के लिए बट आल्सो कहते लिए है मैंटल हैल्थ के लिए। एक होर एग्जाम्पल इफ दे नाल, इफ स्टूडेंट स्टडी फ्री इन स्कूल्स दैन नॉट ओनली क्राइम रेट बट आल्सो पॉवर्टी विल बी डिक्रीज्ड। जे बच्चों को स्कूल दे विच फ्री पढ़ाया जाऊगा दैन क्राइम रेट दे नाल होर की डिक्रीज हो जाऊगा, पॉवर्टी गरीबी। नैक्सट जी स्ट्रक्चर है तुसी ऑल दो वाली, देखो तुसी अपने पैट रखा करो कि मैं ING तो स्टार्टिंग करनी है, ठीक है। जे थोनू आ गया डिस्कशन बोथ व्यूज तो वैदर और दी लग जाती होंगी है। दैन जो BP1 है ਉਹਦੇ ਵਿੱਚ ਤੁਸੀਂ विद द व्यू टू डिस्कस तो स्टार्ट कर सकते हो। दैन ਉਹਦੇ ਵਿੱਚ नॉट ओनली बट आल्सो फस्ट BP च लगा दो, सैकेंड BP ਦੇ ਵਿੱਚ इफ वाली स्ट्रक्चर लगा दो। ये पैट स्ट्रक्चरस ने ਜਿਹੜੀਆਂ ਲੱਗ ਜਾਂਦੀਆਂ ਨੇ ਤੇ ਜਿਹੜੀ ਕਨਕਲੂਜਨ ਦੇ ਵਿੱਚ ਤੁਸੀਂ ऑल दो वाली लगा दो। दैन हुण ऑल दो ते ईवन दो तुसी भावें कि कहंदे आपां ऑल दो नूं रूल की है वाइल मैंशनिंग टू ऑपोजिट साइड्स, जदों दो ऑपोजिट साइड्स मैंशन करनी है उदों आपां ऑल दो वाली स्ट्रक्चर लगा सकते हैं। हुण ऑल दो तो बाद किहड़ा सेंटेंस बनता है, जिस साइड आपां नहीं हैगे, मान लो 70-30 में ऐसे लिखा, जिस साइड में 30% है पहला वो स्टेटमेंट आऊगी जां जिस साइड में नहीं है। एग्जाम्पल, ऑल दो देर आर नंबर ऑफ एडवांटेजेस ऑफ दिस प्रॉब्लम, काफ़ी सारे एडवांटेजेस ने बट ठीक है। हुण अगेन टास्क 2 दे विच बट यूज़ नहीं करना, BUT बट का यूज़ नहीं करना, कॉमा लगाना है सिर्फ बोलण दे लई। स्पीकिंग दे विच आपां बट बोलते हैं, अदरवाइज राइटिंग दे विच जिहड़ियां पंक्चुएशनस यूज़ करते हैं कॉमा यूज़ होएगा। इट्स नैगेटिव साइड्स कैन नॉट बी ओवरलुकड, इहदियां नैगेटिव साइड्स नूं कहंदे आपां ओवरलुक नहीं कर सकते। अगेन एक एग्जाम्पल है, ऑल दो पोल्यूशन इज इनक्रीजिंग डे बाय डे, भावें कि पोल्यूशन वध रहा है, कॉमा इट कैन बी डिक्रीज्ड बाय मेकिंग स्ट्रिक्ट रेगुलेशंस, पर यह कहते घटाया जा सकता किदां जी, रेगुलेशंस रूल्स एंड रेगुलेशंस इंप्लीमेंट करके। नैक्सट एक होर एग्जाम्पल ऑल दो दे नाल, ऑल दो दिस डेवलपमेंट हैज़ मैनी ड्रॉबैक्स, भावें कि इस डेवलपमेंट के बहुत सारे ड्रॉबैक्स ने, कॉमा इट्स एडवांटेजेस कैन नॉट बी ओवरलुकड, ठीक है जी। ये एडवांटेजेस नूं ओवरलुक नहीं किया जा सकता, बट की जगह कॉमा रिप्रजेंट कर रहा है। नैक्सट स्ट्रक्चर वैदर ते और, बहुत सिंपल है वैदर ते और, तो तुसीं बहुत वधिया स्ट्रक्चर यूज़ कर सकते हो। ये स्ट्रक्चर कदों यूज़ करने है, जो टू ऑपोजिट साइड्स नूं ही आपां मैंशन करना है, जिवें कि सम पीपल थिंक दिस सम पीपल थिंक दिस, मोस्टली इदां दी स्टेटमेंट्स आउंदियां ते तुहानूं इंट्रो बनाउणी बहुत जल्दी तुसीं अपनी इंट्रो नूं बना लोगे, सिर्फ एक तुसीं स्ट्रक्चर लगा दोगे, दूसरी थीसिस लाइन लिख दोगे। एग्जाम्पल जिवें कि इट इज़ अ डिबेटेबल इशू अमंग पीपल वैदर, वैदर तक तो सारी स्टेटमेंट सेम रहेगी। वैदर जिथे टॉपिक आ गया ऑनलाइन शॉपिंग इज़ बेनीफिशियल और नॉट, कि ऑनलाइन शॉपिंग बेनीफिशियल है या नहीं है। जे तो तुहानूं दूसरा पहलू दिता गया है, दूसरा व्यू दिता है, नॉट तो और तो बाद फिर दूसरा पहलू लिख दो या नॉट लगा दो, ठीक है जी। इसी तरह या फिर तुसी ए वाली स्ट्रक्चर सेम ही है, या फिर तुसी ए लाइन यूज़ कर लो, पीपल आर डिवाइडेड ऑन दिस थिंकिंग वैदर, ये भी वैदर तक सेम रहू। कोई भी एक तुसी आपां कह दईए भी यूज़ करना स्टार्ट कर दो जिहड़ा तुहानूं ईजी लगदा। प्लास्टिक शुड बी बैन और नॉट, जे नॉट नहीं लगाना फिर क्या आ जाएगा, आर अलाउड इन द पब्लिक, भी या तो वो बैन होनी चाहिए है या फिर अलाउड होनी चाहिए है। Next एक होर example, there are numerous topics for discussion in today's society. Among them, one such debatable issue is that whether art is a necessary for learners or not. So कहते जिमें कि बहुत सारे debatable topic ने सोसाइटी दे विच, उन्हां दे विचों कहते की आ कि आर्ट है जिहड़ा वो जरूरी होना चाहिए लर्नर्स दे लई या नहीं। सो वैदर ते और मोस्टली डिस्कशन बोथ व्यूज़ टॉपिक दे विच फिट हो जाती है, तो बहुत सिंपल है। वैदर तो बाद एक व्यू और तो बाद दूसरा व्यू, ठीक है जी। हुण स्ट्रक्चर यूजिंग हैड बेटर का यूज़, हैड बेटर आप रिप्लेस कि जगह पर करते हैं, शुड की जगह पर करते हैं। शुड का मतलब भी होंगे चाहिए, हैड बेटर भी एक स्ट्रक्चर आप जी कि शुड की जगह पर लगाने हैं। शुड के नाल तुहानूं पता कि वर्ब की फर्स्ट फॉर्म लगती है। शुड आप कदों यूज़ करते हैं, जो आप सोल्यूशन देने, सुजैशनस देने जदों, ठीक है। कोई सुजैशन देना है, मैं उदों शुड का यूज़ करती हूँ। हुण सारे सेंटेंस मैं शुड नाल नहीं बना सकती, मैं हैड बेटर नाल, ऑट टू नाल,
ought to भी should ਨੂੰ ਹੀ ਰਿਪਲੇਸ ਕਰਦਾ ਹੈ, had better ਵੀ। ਸੋ ਇਹ should be ਜਦੋਂ ਆਪਾਂ ਲਗਾਉਂਦੇ ਆ ਤਾਂ V3 ਲੱਗਦੀ ਹੈ verb ਦੀ ਥਰਡ ਫਾਰਮ, ought to ਵੀ ਲਗਾਉਣਾ verb ਦੀ ਥਰਡ ਫਾਰਮ, had better be ਲਗਾਉਣਾ ਤਾਂ verb ਦੀ ਥਰਡ ਫਾਰਮ। ਰੂਲ ਕੀ ਹੈ, had better ਜਦੋਂ ਸਿਰਫ ਲਗਾਉਣਾ be ਨਹੀਂ ਲਗਾਉਣਾ ਤਾਂ verb ਦੀ ਥਰਡ ਫਾਰਮ, ਕਿਉਂਕਿ should ਦੇ ਨਾਲ ਲੱਗਿਆ। ਡੋਂਟ use to after had better ਤੋਂ ਬਾਅਦ to ਦਾ यूज नहीं करना, ought to ਨਾਲ ਹੀ ਲੱਗਦਾ to। ਨੈਕਸਟ ਹੈ use had better at the place of should ਦੀ ਜਗ੍ਹਾ ਤੇ यूज ਕਰੋ। ਫॉर एग्जांपल ਤੁਸੀਂ ਕਹਿ ਦੋ ਕਹਿੰਦੇ ਕਦੋਂ यूज करना, while giving suggestion। example 1 government had better make strict rules for decreasing number of road accidents। ਇਸੇ ਤਰ੍ਹਾਂ ਇੱਕ ਹੋਰ एग्जांपल ਹੈ government had better widen the roads for road safety। ought to ਵੀ ਲਗਾ ਸਕਦੇ ਹੋ। ਸੋ ਇੱਦਾਂ ਦੀਆਂ ਵੇਰੀਏਸ਼ਨਸ ਕਰਕੇ ਤੁਸੀਂ ਆਪਣੀ ਰਾਈਟਿੰਗ ਟਾਸਕ 2 ਨੂੰ ਬਹੁਤ ਜ਼ਿਆਦਾ ਵਧੀਆ ਇੰਪਰੂਵ ਕਰ ਸਕਦੇ ਹੋ। ਓਕੇ ਫਰੈਂਡਸ, ਜੇ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਜੀ ਨੈਕਸਟ ਟੌਪਿਕ ਦੇ ਨਾਲ, ਰਾਈਟਿੰਗ ਟੌਪਿਕ ਤੁਹਾਨੂੰ ਕਰਵਾਏ ਜਾਣਗੇ। ਓਕੇ, ਬਾਏ ਬਾਏ, ਟੇਕ ਕੇਅਰ।